Hanji, good morning everyone. My name is Deepak Gupta and I welcome you all on the classes of Career Quest Patiala. ਸੋ ਉਮੀਦ ਕਰ ਰਹੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਸੀਰੀਜ਼ ਫੋਲੋ ਕਰ ਰਹੇ ਹੋਵੋਗੇ। ਸੋ ਅੱਜ ਰੀਜ਼ਨਿੰਗ ਦੀ ਸੀਰੀਜ਼ ਦੇ ਵਿੱਚ ਜੋ ਨਵਾਂ ਟੌਪਿਕ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ, ਜਿਵੇਂ ਕਿ ਤੁਸੀਂ ਬੋਰਡ ਤੇ ਦੇਖ ਪਾ ਰਹੇ ਹੋ, ਅਲਫਾ ਨੂਮੈਰਿਕ ਸੀਰੀਜ਼। ਬਹੁਤ ਹੀ ਜ਼ਿਆਦਾ ਆਸਾਨ ਟੌਪਿਕ ਹੈ, ਠੀਕ ਹੈ। ਤੇ ਬੈਂਕਿੰਗ ਦੇ ਪ੍ਰੀ ਦੇ ਵਿੱਚ ਹਰ ਵਾਰ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਹੀ ਮਿਲੇਗਾ, ਚਾਹੇ ਉਹ ਪੀਓ ਦੇ ਵਿੱਚ ਆ ਜਾਏ ਜਾਂ ਫਿਰ ਕਲੈਰੀਕਲ ਦੇ ਵਿੱਚ ਆ ਜਾਏ, ਠੀਕ ਹੈ। ਬੇਸਿਕਲੀ ਇੱਕ ਜਾਂ ਦੋ ਵਰਡਸ ਦਾ ਤੁਸੀਂ ਧਿਆਨ ਰੱਖਣਾ, ਠੀਕ ਹੈ। ਉਸ ਤੋਂ ਇਲਾਵਾ ਇਸ ਦੇ ਵਿੱਚ ਸਿਰਫ ਔਰ ਸਿਰਫ ਇੱਕ ਕਨਸੈਪਟ ਲੱਗੇਗਾ, ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ ਕੀ ਕਨਸੈਪਟ ਲੱਗੇਗਾ। ਕਲੀਅਰ। ਸੋ ਹੁਣ ਆਪਾਂ ਦੇਖਦੇ ਹਾਂ ਕਿ ਕਿਵੇਂ ਆਪਾਂ ਕੁਐਸਚਨ ਨੂੰ ਸੋਲਵ ਕਰਨਾ ਹੈ, ਕੀ ਚੀਜ਼ ਗਿਵਨ ਹੋਏਗੀ, ਜੋ ਗਿਵਨ ਹੈ ਉਸ ਤੋਂ ਆਪਾਂ ਆਪਣਾ ਆਨਸਰ ਕਿਵੇਂ ਬਣਾਉਣਾ ਹੈ, ਠੀਕ ਹੈ। ਚਲੋ ਹੁਣ ਕੁਝ ਇਸ ਤਰੀਕੇ ਦੀ ਤੁਹਾਨੂੰ ਇਹ ਸਾਰੀ ਸੀਰੀਜ਼ ਦਿੱਤੀ ਹੋਏਗੀ, ਠੀਕ ਹੈ, ਜਿਸ ਦੇ ਵਿੱਚ ਨੰਬਰ ਵੀ ਹੈ, ਐਲਫਾਬੈਟ ਵੀ ਹੈ ਤੇ ਨਾਲ ਸਿੰਬਲ ਵੀ ਹੈ। ਤਿੰਨ ਚੀਜ਼ਾਂ ਦਿੱਤੀਆਂ ਹੋਈਆਂ, ਕੀ ਹੈ, ਨੰਬਰ ਹੈ, ਐਲਫਾਬੈਟ ਹੈ, ਠੀਕ ਹੈ, ਤੇ ਨਾਲ ਸਿੰਬਲਸ ਹੈ। ਕਲੀਅਰ। ਸੋ ਹੁਣ ਕੁਐਸਚਨ ਤੋਂ ਹੀ ਆਪਾਂ ਸਟਾਰਟ ਕਰੀਏ। ਪਹਿਲੀ ਗੱਲ ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੌਨਸੋਨੈਂਟ ਕੀ ਹੁੰਦਾ ਹੈ, ਵਾਉਲ ਕੀ ਹੁੰਦਾ ਹੈ। ਕਲੀਅਰ। ਬਟ ਆਪਾਂ ਹੁਣ ਉਹ ਵੀ ਡਿਸਕਸ ਕਰ ਲੈਂਦੇ ਹਾਂ। ਕਿਵੇਂ, ਦੇਖੋ, ਤੁਹਾਨੂੰ ਇਹ ਸਭ ਨੂੰ ਪਤਾ ਹੋਊਗਾ ਕਿ 26 ਲੈਟਰਸ ਹੁੰਦੇ ਨੇ ਆਪਣੇ ਕੋਲ, ਹਨਾ। ਇੰਗਲਿਸ਼ ਦੀ ਅਗਰ ਗੱਲ ਕਰੀਏ A ਤੋਂ Z ਕਿੰਨੇ ਲੈਟਰਸ ਨੇ, 26, ਜਿਸ ਦੇ ਵਿੱਚ 21 ਕੀ ਹੋਣਗੇ, ਕੌਨਸੋਨੈਂਟਸ ਹੋਣਗੇ, ਠੀਕ ਹੈ। ਬਾਕੀ ਦੇ ਬਚੇ 5 ਕੀ ਹੋਣਗੇ, ਵਾਉਲਸ ਹੋਣਗੇ, ਠੀਕ ਹੈ। ਸੋ ਹੁਣ ਵਾਉਲਸ ਵੀ ਤੁਹਾਨੂੰ ਪਤਾ ਹੋਏਗਾ ਕੀ ਹੁੰਦਾ ਹੈ, A E I O U, ਠੀਕ ਹੈ। ਸੋ ਇਹ ਸਾਰੇ ਕੀ ਹੁੰਦੇ ਨੇ, ਵਾਉਲਸ ਹੁੰਦੇ ਨੇ। ਬਾਕੀ ਦੇ ਬੱਚੇ ਕਿਹੜੇ ਹੋਣਗੇ, B ਹੋ ਗਿਆ, C ਹੋ ਗਿਆ, D ਹੋ ਗਿਆ, F, ਠੀਕ ਹੈ, X Y Z, ਇਹ ਸਾਰੇ ਕੀ ਹੋਣਗੇ, ਕੌਨਸੋਨੈਂਟਸ ਹੋਣਗੇ। ਇੰਨੀ ਚੀਜ਼ ਤਾਂ ਪਤਾ ਚੱਲ ਗਈ ਸਭ ਨੂੰ, ਠੀਕ ਹੈ। ਸੋ ਹੁਣ ਆਪਾਂ ਸਿੱਧਾ ਕੁਐਸਚਨ ਤੇ ਜੰਪ ਕਰਦੇ ਹਾਂ। ਸੋ ਹੁਣ ਕੁਐਸਚਨ ਆਪਾਂ ਨੂੰ ਕੀ ਕਹਿ ਰਿਹਾ ਹੈ, ਦੇਖੋ, how many such consonants are there in the above arrangement, each of which is immediately followed by a number? So followed by a number ਦਾ ਮਤਲਬ ਕੀ ਹੈ ਉਰੇ, ਠੀਕ ਹੈ, ਇਹ ਚੀਜ਼ ਸਮਝਾਂਗੇ ਆਪਾਂ, ਠੀਕ ਹੈ। ਐਂਡ ਨਾਟ ਇਮੀਡੀਏਟਲੀ ਪ੍ਰੋਸੀਡਿਡ ਬਾय ਅ ਨੰਬਰ, ਠੀਕ ਹੈ। ਪ੍ਰੋਸੀਡਿਡ ਤੋਂ ਮਤਲਬ ਕੀ ਹੋਏਗਾ, ਜਿੱਥੇ P ਆ ਗਿਆ ਯਾਨੀ ਕਿ ਪ੍ਰੋਸੀਡਿਡ ਆ ਗਿਆ, ਮਤਲਬ ਪਹਿਲਾ ਨੰਬਰ ਨਹੀਂ ਹੋਣਾ ਚਾਹੀਦਾ, ਠੀਕ ਹੈ। ਬੇਸਿਕਲੀ ਹੁਣ ਇਸਨੇ ਕੀ ਕਿਹਾ, ਇੱਕ ਕੌਨਸੋਨੈਂਟ ਹੈ, ਠੀਕ ਹੈ, ਇੱਥੇ ਕਹਿੰਦਾ ਨੰਬਰ ਨਹੀਂ ਹੋਣਾ ਚਾਹੀਦਾ। ਪ੍ਰੋਸੀਡਿਡ ਮਤਲਬ ਪਹਿਲਾਂ, ਯਾਨੀ ਕਿ ਪਹਿਲਾਂ ਉਸ ਤੋਂ ਨੰਬਰ ਨਹੀਂ ਹੋਣਾ ਚਾਹੀਦਾ, ਬਟ ਫੋਲੋਡ ਬਾय ਅ ਨੰਬਰ, ਯਾਨੀ ਕਿ ਇਹ ਨੂੰ ਨੰਬਰ ਫੋਲੋ ਕਰਦਾ ਹੋਵੇ, ਠੀਕ ਹੈ। ਤਾਂ ਹੁਣ ਆਪਾਂ ਕੁਝ ਐਸਾ ਪੈਟਰਨ ਦੇਖਾਂਗੇ ਆਪਣੀ ਸੀਰੀਜ਼ ਵਿੱਚ, ਠੀਕ ਹੈ। ਸੀਰੀਜ਼ ਦੇ ਵਿੱਚ ਪੈਟਰਨ ਦੇਖਾਂਗੇ। ਫਿਰ ਆਪਾਂ ਹੁਣ ਇੱਥੇ ਇੱਕ ਚੀਜ਼ ਹੋਰ ਦੇਖੋ, ਨੰਬਰ ਹੈ, ਕੌਨਸੋਨੈਂਟ ਹੈ। ਸੋ ਹੁਣ ਇੱਥੇ ਹੈ ਜੋ ਤੁਹਾਡਾ ਨੰਬਰ ਨਹੀਂ ਆ ਸਕਦਾ, ਹੋਰ ਕੀ ਆ ਸਕਦਾ ਹੈ, ਦੇਖੋ, ਐਲਫਾਬੈਟ ਆ ਸਕਦਾ ਹੈ, ਚਾਹੇ ਉਹ ਵਾਉਲ ਹੋਵੇ ਜਾਂ ਫਿਰ ਕੌਨਸੋਨੈਂਟ ਹੋਵੇ, ਠੀਕ ਹੈ। ਸੋ ਇੱਥੇ ਤੁਹਾਡਾ ਕੀ ਆਏਗਾ, ਜਾਂ ਤਾਂ ਐਲਫਾਬੈਟ ਆਏਗਾ, ਠੀਕ ਹੈ, ਜਾਂ ਫਿਰ ਸਿੰਬਲ ਆ ਸਕਦਾ ਹੈ, ਠੀਕ ਹੈ। ਸੋ ਹੁਣ ਆਪਾਂ ਕੀ ਕਰਾਂਗੇ, ਪਹਿਲੀ ਪੋਜੀਸ਼ਨ ਤੇ ਇਹ ਚੀਜ਼ ਦੋਨੋਂ ਹੋ ਸਕਦੀ ਹੈ, ਦੂਸਰੇ ਤੇ ਕੌਨਸੋਨੈਂਟ ਹੀ ਹੋਣਾ ਚਾਹੀਦਾ ਹੈ, ਤੀਸਰੇ ਤੇ ਨੰਬਰ ਹੋਣਾ ਚਾਹੀਦਾ ਹੈ, ਠੀਕ ਹੈ। ਸੋ ਹੁਣ ਆਪਾਂ ਇਹ ਵਾਲਾ ਕੰਬੀਨੇਸ਼ਨ ਉੱਪਰ ਫਾइंड ਕਰਾਂਗੇ ਤੇ ਦੇਖਾਂਗੇ ਐਸੇ ਕਿੰਨੇ ਪੇਅਰ ਬਣ ਰਹੇ हैं। ਜਿੰਨੇ ਪੇਅਰ ਬਣਦੇ हैं ਉਹ ਆਪਾਂ ਆਪਣਾ ਕੀ ਕਰ ਦਾਂਗੇ, ਆਨਸਰ ਲਗਾ ਦਾਂਗੇ, ਠੀਕ ਹੈ। ਥੋੜਾ ਜਿਹਾ ਸਮਝ ਆਇਆ। ਸੋ ਹੁਣ ਆਪਾਂ ਕੁਐਸਚਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ठीक है। अल्फा अल्फा नहीं है, ये अल्फाबेट है, ठीक है, यानी कि कॉन्सोनेंट भी हो सकता है, वाउल भी हो सकता है। प्रोसीडेड ਦਾ ਮਤਲਬ ਪਹਿਲਾ ਹੈ, ਫੋਲੋਡ ਦਾ ਮਤਲਬ ਕੀ ਹੈ, ਬਾਅਦ ਦੇ ਵਿੱਚ ਹੈ, ਠੀਕ ਹੈ। ਹੁਣ ਉਸਨੇ ਕੀ ਕਿਹਾ ਸੀਗਾ, ਵਿਚ ਇਜ਼ ਇਮੀਡੀਏਟਲੀ ਫੋਲੋਡ ਬਾय ਅ ਨੰਬਰ। ਕੌਨਸੋਨੈਂਟ ਤੋਂ ਬਾਅਦ ਨੰਬਰ ਤਾਂ ਹੋ ਸਕਦਾ ਹੈ, ਬਟ ਉਸ ਤੋਂ ਪਹਿਲਾਂ ਨੰਬਰ ਨਹੀਂ ਹੋ ਸਕਦਾ। ਕਲੀਅਰ ਹੋ ਗਿਆ ਇਹ ਚੀਜ਼। ਸੋ ਹੁਣ ਤੁਸੀਂ ਕਰਨਾ ਕੀ ਹੈ, ਕੌਨਸੋਨੈਂਟ ਤੇ ਨੰਬਰ ਦੇਖੋ, ਪਹਿਲੇ ਤਾਂ ਨੰਬਰ ਕਿੱਥੇ ਕਿੱਥੇ ਹੈ,
ਇੱਥੇ ਹੈ, ਇਸ ਤੋਂ ਪਹਿਲਾਂ ਕੌਨਸੋਨੈਂਟ ਹੈ, ਕਿਆ ਇਸ ਤੋਂ ਪਹਿਲਾਂ ਕੁਛ ਹੈ? ਨਹੀਂ, ਤਾਂ ਇਹ ਚੀਜ਼ ਆਪਾਂ ਨਹੀਂ ਲਵਾਂਗੇ। ਠੀਕ ਹੈ, ਉਸ ਤੋਂ ਬਾਅਦ ਹੁਣ ਤੁਸੀਂ ਸਿੱਧਾ ਇੱਥੇ ਜੰਪ ਕਰੋ ਨੰਬਰ। ਸੋ 1 R%। ਠੀਕ ਹੈ, ਹਾਲੇ ਆਪਾਂ ਕੇਸਿਸ ਲਿਖ ਕੇ ਰੱਖ ਲੈਂਦੇ ਹਾਂ। ਦੂਸਰਾ ਕੇਸ ਮੇਰੇ ਕੋਲ ਕੀ ਬਣੇਗਾ? ਨੰਬਰ ਹੋਰ ਕਿੱਥੇ ਹੈ? ਆ ਸੀਗਾ। ਠੀਕ ਹੈ, ਸੋ ਹੁਣ 1/6। ਠੀਕ ਹੈ, ਸੋ ਹੁਣ ਇੱਥੇ ਤਾਂ ਆਪਾਂ ਨੂੰ ਨੰਬਰ ਲਿਖਣ ਦੀ ਜ਼ਰੂਰਤ ਹੈ ਹੀ ਨਹੀਂ, ਕਿਉਂਕਿ ਇੱਥੇ ਕੀ ਹੈ? ਕੌਨਸੋਨੈਂਟ ਹੋਣਾ ਚਾਹੀਦਾ ਹੈ ਵਿੱਚ। ਸੋ ਇੱਥੇ ਤਾਂ ਕੌਨਸੋਨੈਂਟ ਹੈ ਹੀ ਨਹੀਂ, ਤਾਂ ਸਿੰਬਲ ਹੈ, ਤਾਂ ਇਹ ਵਾਲਾ ਕੇਸ ਕੈਂਸਲ ਹੋ ਗਿਆ। ਠੀਕ ਹੈ, ਦੂਸਰਾ ਕੀ ਹੈ? ਨੰਬਰ ਸਿੰਬਲ, ਸੌਰੀ ਨੰਬਰ ਕੌਨਸੋਨੈਂਟ, ਇੱਥੇ ਫਿਰ ਕੀ ਹੈ? ਨੰਬਰ। ਤਾਂ ਇਹ ਵਾਲੀ ਕੰਡੀਸ਼ਨ ਤਾਂ ਹੋ ਹੀ ਨਹੀਂ ਸਕਦੀ, ਤਾਂ ਇਹ ਵਾਲਾ ਪੇਅਰ ਵੀ ਨਹੀਂ ਹੋ ਸਕਦਾ। ਠੀਕ ਹੈ, ਉਸ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਆ ਜਾਓ, ਸਿੱਧਾ ਨੰਬਰ ਤੇ ਜੰਪ ਕਰੋ। ਸੋ ਨੰਬਰ PK। ਸੋ ਦੂਸਰਾ ਕੇਸ ਤੁਹਾਡਾ ਕੀ ਬਣ ਜਾਏਗਾ? KP2। ਠੀਕ ਹੈ, ਕਿਵੇਂ? ਦੇਖੋ ਇੱਥੇ ਉਸਨੇ ਕੀ ਕਿਹਾ ਹੈ? ਜਾਂ ਤਾਂ ਅਲਫਾਬੈਟ ਹੋਵੇ ਜਾਂ ਸਿੰਬਲ ਹੋਵੇ। ਸੋ ਅਲਫਾਬੈਟ ਆਪਣੇ ਕੋਲ ਆ ਗਿਆ, P ਕੀ ਹੈ? ਕੌਨਸੋਨੈਂਟ ਹੈ, 2 ਕੀ ਹੈ? ਨੰਬਰ। ਸੋ ਇਹ ਵਾਲਾ ਕੇਸ ਆਪਣੇ ਕੋਲ ਹੋ ਸਕਦਾ। ਠੀਕ ਹੈ, ਇੱਥੇ ਤੱਕ ਹੋ ਗਿਆ। ਸੋ ਹੁਣ ਉਸ ਤੋਂ ਬਾਅਦ BI7। ਠੀਕ ਹੈ, 7 ਤੋਂ ਅੱਗੇ, ਨੰਬਰ ਤੋਂ ਅੱਗੇ ਇੱਕ ਕੌਨਸੋਨੈਂਟ ਹੋਣਾ ਚਾਹੀਦਾ ਹੈ, ਬਟ ਇਹ ਕੀ ਹੈ? ਆਏ। ਸੋ ਆਏ ਕੀ ਹੁੰਦਾ? ਵਾਊਲ। ਸੋ ਇਹ ਵਾਲਾ ਕੇਸ ਵੀ ਆਪਾਂ ਇਨਕਲੂਡ ਨਹੀਂ ਕਰਾਂਗੇ। ਕਲੀਅਰ? ਸੋ ਉਸ ਤੋਂ ਬਾਅਦ ਫਿਰ ਤੁਸੀਂ ਆ ਜਾਓ, ਇਹ UQ4। ਨੰਬਰ ਹੈ, ਨੰਬਰ ਤੋਂ ਅੱਗੇ ਕੌਨਸੋਨੈਂਟ ਹੈ, ਕੌਨਸੋਨੈਂਟ ਤੋਂ ਅੱਗੇ ਕੀ ਹੈ? ਜਾਂ ਤਾਂ ਕੌਨਸੋਨੈਂਟ ਹੋਵੇ ਜਾਂ ਵਾਊਲ ਹੋਵੇ ਜਾਂ ਫਿਰ ਸਿੰਬਲ ਹੋਵੇ। ਸੋ ਇੱਥੇ ਕੀ ਹੈ? ਵਾਊਲ ਹੈ। ਤਾਂ 3 ਕੇਸ ਤਾਂ ਆਪਣੇ ਪੂਰੇ ਪੂਰੇ ਇਹ ਹੋ ਹੀ ਗਏ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਫਿਰ ਨੰਬਰ ਹੋਰ ਕਿੱਥੇ ਹੈ ਆਪਣੇ ਕੋਲ? 5LW, ਯਾਨੀ ਕਿ WL5। ਇੱਕ ਕੇਸ ਆਪਣੇ ਕੋਲ ਇਹ ਹੋ ਗਿਆ। ਠੀਕ ਹੈ, ਇੱਥੇ ਤਾਂ ਆਪਾਂ ਹੁਣ ਲਿਖ ਲਿਖ ਕੇ ਦੇਖ ਰਹੇ ਹਾਂ ਨਾ, ਅੱਗੇ ਜਦੋਂ ਆਪਣੀ ਪ੍ਰੈਕਟਿਸ ਹੋ ਜਾਏਗੀ ਫਿਰ ਆਪਾਂ ਲਿਖਾਂਗੇ ਵੀ ਨਹੀਂ, ਸਿੱਧਾ ਦਿਮਾਗ ਦੇ ਵਿੱਚ ਹੀ ਕੈਲਕੂਲੇਟ ਕਰਾਂਗੇ। ਕਲੀਅਰ? ਸੋ ਹੁਣ ਇੱਥੇ ਫਿਰ ਕੀ ਆ ਗਿਆ? $8। ਸੋ ਹੁਣ 5 ਕਿਉਂ ਨਹੀਂ ਆਏਗਾ? ਕਿਉਂਕਿ ਇੱਥੇ ਕੀ ਕਿਹਾ? ਨੰਬਰ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਬਾਕੀ ਸਾਰੀ ਕੰਡੀਸ਼ਨ ਸੈਟੀਸਫਾਈ ਨਹੀਂ ਹੋਇਆ। ਫਿਰ ਵੀ ਕਿਉਂ? ਕਿਉਂਕਿ ਇੱਥੇ ਨੰਬਰ ਤਾਂ ਹੈ, ਬਟ ਇੱਥੇ ਕੀ ਹੈ? ਕੌਨਸੋਨੈਂਟ ਨਹੀਂ ਹੈ, ਕੀ ਹੈ? ਸਿੰਬਲ। ਤਾਂ ਇਹ ਵਾਲਾ ਕੇਸ ਵੀ ਨਹੀਂ ਲਵਾਂਗੇ ਆਪਾਂ। ਠੀਕ ਹੈ, ਸੋ ਸਿਰਫ ਔਰ ਸਿਰਫ ਤੁਹਾਡੇ ਕਿੰਨੇ ਕੇਸ ਬਣ ਰਹੇ हैं ਇਸ ਦੇ ਵਿੱਚ? ਦੇਖੋ ਆਪਸ਼ਨਸ ਦੇ ਵਿੱਚ ਕੀ ਲਿਖਿਆ ਹੋਇਆ ਹੈ? ਨਨ, ਯਾਨੀ ਕਿ ਐਸਾ ਕੋਈ ਵੀ ਕੇਸ ਨਹੀਂ ਹੈ, ਬਟ ਹੈ ਕਿੰਨੇ ਕੇਸ ਨੇ? 1 2 3 4। ਤਾਂ ਹੁਣ ਇੱਥੇ ਆਪਣੇ 4 ਕੇਸ ਬਣ ਗਏ। ਠੀਕ ਹੈ, ਸੋ 4 ਕੇਸ ਬਣਨ ਦਾ ਮਤਲਬ ਕੀ ਹੋਇਆ? ਮੋਰ ਦੈਨ 3, ਯਾਨੀ ਕਿ ਤੁਸੀਂ ਇਸ ਕੁਐਸਚਨ ਤੇ ਕੀ ਟਿਕ ਲਗਾਓਗੇ? ਈ ਆਪਸ਼ਨ। ਠੀਕ ਹੈ, ਸਭ ਨੂੰ ਸਮਝ ਆ ਗਿਆ ਪਹਿਲਾ ਕੁਐਸਚਨ ਕਿਵੇਂ ਕੀਤਾ? ਠੀਕ ਹੈ, ਨੋਟ ਕਰ ਲਓ ਪਲੀਜ਼। ਚਲੋ ਜੀ, ਸੋ ਹੁਣ ਆਪਾਂ ਅਗਲੇ ਕੁਐਸਚਨ ਤੇ ਆਨੇ ਆ। ਅਗਲਾ ਕੁਐਸਚਨ ਦੇਖੋ ਜੀ, ਹਰ ਇੱਕ ਕੁਐਸਚਨ ਅਲੱਗ ਹੈਗਾ, ਬਾਰ-ਬਾਰ ਆਪਾਂ ਨੂੰ ਸੀਰੀਜ਼ ਦੇਖਣੀ ਹੀ ਪਏਗੀ ਜੋ ਉੱਪਰ ਦਿੱਤੀ ਹੋਊਗੀ। ਠੀਕ ਹੈ, ਹਾਊ ਮੈਨੀ ਸੱਚ ਨੰਬਰਸ ਆਰ देयर इन द ਅਬਵ ਅਰੇਂਜਮੈਂਟ। ਜੋ ਚੀਜ਼ ਦੀ ਗੱਲ ਕਰ ਰਹੇ ਆ ਨਾ, ਉਸ ਨੂੰ ਹਮੇਸ਼ਾ ਅੱਖਾਂ ਬੰਦ ਕਰਕੇ ਵਿੱਚ ਲਿਖ ਲਿਆ ਕਰੋ, ਯਾਨੀ ਨੰਬਰ ਦੀ ਗੱਲ ਕਰ ਰਹੇ ਆ ਤਾਂ ਨੰਬਰ ਆ ਗਿਆ। ਠੀਕ ਹੈ, ਵਿਚ ਇਜ਼ ਇਮੀਡੀਏਟਲੀ ਪ੍ਰੋਸੀਡਡ ਬਾय ਅ ਸਿੰਬਲ, ਯਾਨੀ ਕਿ ਪ੍ਰੋਸੀਡਡ ਮਤਲਬ ਪਹਿਲਾਂ, ਉਸ ਤੋਂ ਪਹਿਲਾਂ ਕੀ ਆਂਦਾ ਹੋਵੇ? ਸਿੰਬਲ ਆਂਦਾ ਹੋਵੇ। ਐਂਡ ਇਮੀਡੀਏਟਲੀ ਫੋਲੋਡ ਬਾय ਅ ਕੌਨਸੋਨੈਂਟ। ਠੀਕ ਹੈ, ਸੋ ਹੁਣ ਪਹਿਲੇ ਤੇ ਸਿੰਬਲ, ਦੂਸਰੇ ਤੇ ਨੰਬਰ, ਤੀਸਰੇ ਤੇ ਕੀ ਹੈ? ਕੌਨਸੋਨੈਂਟ। ਸੋ ਹੁਣ ਇਸ ਕੇਸ ਦੇ ਵਿੱਚ ਜਾਂ ਤਾਂ ਤੁਸੀਂ ਨੰਬਰ ਚੱਕ ਲਓ ਜਾਂ ਸਿੰਬਲ ਚੱਕ ਲਓ। ਠੀਕ ਹੈ, ਜਦੋਂ ਵੀ ਹੁਣ ਮੈਂ ਸਿੰਬਲ ਚੱਕ ਰਿਹਾ ਤਾਂ ਸਿੰਬਲ ਤੋਂ ਬਾਅਦ ਇੱਕ ਨੰਬਰ ਹੋਣਾ ਚਾਹੀਦਾ, ਨੰਬਰ ਤੋਂ ਬਾਅਦ ਕੀ ਹੈ? ਕੌਨਸੋਨੈਂਟ ਹੋਣਾ ਚਾਹੀਦਾ ਹੈ। ਠੀਕ ਹੈ, ਸੋ ਹੁਣ ਆਪਾਂ ਦੇਖਦੇ ਹਾਂ ਆਪਣੇ ਕੋਲ ਕਿੰਨੇ ਕੇਸ ਬਣਦੇ हैं। ਸਿੰਬਲ ਚੱਕ ਲਈਏ, ਕਿਉਂਕਿ ਸਿੰਬਲ ਚੱਕਣਾ ਬਹੁਤ ਜ਼ਿਆਦਾ ਆਸਾਨ ਹੈ, ਰਿਕੋਗਨਾਈਜ਼ ਕਰਨਾ ਬਹੁਤ ਜ਼ਿਆਦਾ ਆਸਾਨ ਹੈ। ਠੀਕ ਹੈ, ਪਰਸੈਂਟ ਤੋਂ ਬਾਅਦ ਆਪਾਂ ਨੂੰ ਕੀ ਚਾਹੀਦਾ ਹੋਊਗਾ? ਨੰਬਰ, ਬਟ ਇੱਥੇ ਕੀ ਹੈ? ਆਰ। ਤਾਂ ਨਹੀਂ, ਇਹ ਵਾਲਾ ਚੱਕੀਏ ਐਟ ਦੀ ਰੇਟ। ਤਾਂ ਹੁਣ ਪਹਿਲਾ ਕੀ ਹੈ? ਐਟ ਦੀ ਰੇਟ। ਐਟ ਦੀ ਰੇਟ ਤੋਂ ਬਾਅਦ ਕੀ ਆ ਗਿਆ? 6। ਫਿਰ ਉਸ ਤੋਂ ਬਾਅਦ ਕੀ ਆ ਗਿਆ? ਕੌਨਸੋਨੈਂਟ ਐਫ ਆ ਗਿਆ। ਠੀਕ ਹੈ, ਇੱਕ ਕੇਸ ਬਣ ਗਿਆ ਆਪਣੇ ਕੋਲ, ਇੱਕ ਪੇਅਰ ਬਣ ਗਿਆ। ਦੂਸਰਾ ਕੀ ਹੈ? ਦੇਖੋ 9। ਨਹੀਂ ਕਿ ਨਹੀਂ ਚੱਕ ਸਕਦੇ ਆਪਾਂ, ਕਾਪੀਰਾਈਟ ਚੱਕ ਸਕਦੇ ਆ, ਬਟ ਉਸ ਤੋਂ ਬਾਅਦ ਆਪਾਂ ਨੂੰ ਨੰਬਰ ਚਾਹੀਦਾ, ਲੇਕਿਨ ਇੱਥੇ ਕੀ ਹੈ? ਐਲਫਾਬੈਟ ਹੈ। ਠੀਕ ਹੈ, ਦੁਬਾਰਾ ਫਿਰ ਸਿੰਬਲ ਤੇ ਆ ਜਾਓ, ਸਿੰਬਲ ਤੋਂ ਬਾਅਦ ਨੰਬਰ ਚਾਹੀਦਾ ਤਾਂ ਇਹ ਵਾਲਾ ਵੀ ਨਹੀਂ ਚੱਕਾਂਗੇ। ਹੋਰ ਸਿੰਬਲ ਤੋਂ ਬਾਅਦ ਨੰਬਰ ਕਿੱਥੇ ਹੈ? ਉਰੇ, ਬਟ ਇਹ ਵੀ ਨਹੀਂ ਚੱਕਾਂਗੇ। ਠੀਕ ਹੈ, ਉਸ ਤੋਂ ਬਾਅਦ ਸਿੰਬਲ ਤੋਂ ਬਾਅਦ ਨੰਬਰ, ਇਹ ਵੀ ਨਹੀਂ ਹੈ। ਠੀਕ ਹੈ, ਸੋ ਸਿਰਫ ਔਰ ਸਿਰਫ ਆਪਣੇ ਕੋਲ ਇੱਕ ਪੇਅਰ ਬਣਿਆ ਹੈ। ਕਿਹੜਾ ਬਣਿਆ ਹੈ? @ 6f।
ਸਿਰਫ ਇਹੀ ਬਣਿਆ ਨਾ, ਤਾਂ ਕਰਕੇ ਇੱਥੇ ਆਪਾਂ ਫਿਰ ਕੀ ਲਗਾਵਾਂਗੇ, ਓਨਲੀ 1 ਯਾਨੀ ਕਿ ਬੀ ਆਪਸ਼ਨ। ਠੀਕ ਹੈ, ਸਮਝ ਆ ਗਿਆ ਸਭ ਨੂੰ। ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਪ੍ਰੋਸੀਡਡ ਦਾ ਮਤਲਬ ਕੀ ਹੈ ਪਹਿਲਾਂ, ਉਸ ਤੋਂ ਇਲਾਵਾ ਜਿਵੇਂ ਕਿ ਫੋਲੋਡ ਆ ਗਿਆ ਜਾਂ ਸਕਸੀਡਡ ਆ ਗਿਆ, ਉਹ ਕੀ ਮਤਲਬ ਹੋ ਗਿਆ, ਬਾਅਦ ਦੇ ਵਿੱਚ ਹੋ ਗਿਆ। ਠੀਕ ਹੈ, ਚਲੋ ਸੈਕਿੰਡ ਕੁਐਸਚਨ ਕਰਦੇ ਆ। ਚਲੋ ਹੁਣ ਸੈਕਿੰਡ ਕੁਐਸਚਨ ਦੇਖੋ, ਸੀਰੀਜ਼ ਆਪਣੀ ਸੇਮ ਹੀ ਹੈ। ਹਾਊ ਮੈਨੀ ਸਚ ਵਾउल्स ਆਰ देयर ਇਨ द ਅਬਵ ਅਰੇਂਜਮੈਂਟ। ਵਾउल ਦੀ ਗੱਲ ਹੋ ਰਹੀ ਹੈ ਇੱਥੇ। ਠੀਕ ਹੈ, ਈਚ ਆਫ ਵਿਚ ਇਜ਼ ਇਮੀਡੀਏਟਲੀ ਪ੍ਰੋਸੀਡਡ ਬਾय ਅ ਨੰਬਰ। ਉਸ ਤੋਂ ਪਹਿਲਾਂ ਨੰਬਰ ਆਣਾ ਚਾਹੀਦਾ ਹੈ, ਬਟ ਨਾਟ ਇਮੀਡੀਏਟਲੀ ਫੋਲੋਡ ਬਾय ਅ ਨੰਬਰ, ਯਾਨੀ ਕਿ ਇੱਥੇ ਤੁਹਾਡਾ ਨੰਬਰ ਨਹੀਂ ਹੋਣਾ ਚਾਹੀਦਾ। ਠੀਕ ਹੈ, ਸੋ ਹੁਣ ਆਪਾਂ ਕੀ ਕਰਦੇ ਹਾਂ, ਵਾउल्स ਲੱਭਦੇ ਹਾਂ ਫਟਾਫਟ। ਵਾउल ਕਿੱਥੇ ਨੇ ਉਰੇ, ਈ ਹੈ। ਠੀਕ ਹੈ, ਇਹ ਸੀ ਵਾउल, ਉਸ ਤੋਂ ਪਹਿਲਾਂ ਨੰਬਰ ਹੈ। ਠੀਕ ਹੈ, ਉਸ ਤੋਂ ਬਾਅਦ ਚੋਂ ਨੰਬਰ ਤਾਂ ਨਹੀਂ ਹੈਗਾ। ਠੀਕ ਹੈ, ਕਾਪੀਰਾਈਟ ਹੈ, ਤਾਂ ਇੱਕ ਕੇਸ ਤਾਂ ਤੁਹਾਡਾ ਕੀ ਹੋ ਗਿਆ, 9E ਕਾਪੀਰਾਈਟ। ਠੀਕ ਹੈ, ਦੁਬਾਰਾ ਫੇਰ ਵਾउल ਲੱਭਦੇ ਆਪਾਂ ਈ ਤੋਂ ਬਾਅਦ, ਆ ਸੀ। ਠੀਕ ਹੈ, ਉਸ ਤੋਂ ਪਹਿਲਾਂ ਬਟ ਆਪਾਂ ਨੂੰ ਕੀ ਚਾਹੀਦਾ ਹੈ, ਨੰਬਰ ਚਾਹੀਦਾ ਹੈ। ਕਿਆ ਆਈ ਤੋਂ ਪਹਿਲਾਂ ਨੰਬਰ ਹੈ ਨਹੀਂ, ਉੱਥੇ ਪਹਿਲਾਂ ਕੀ ਹੈ, ਬੀ, ਤਾਂ ਇਹ ਵਾਲਾ ਵੀ ਚੀਜ਼ ਨਹੀਂ ਚੱਕਾਂਗੇ ਆਪਾਂ। ਠੀਕ ਹੈ, ਫਿਰ ਦੁਬਾਰਾ ਫਿਰ ਵਾउल ਤੇ ਆ ਜਾਓ। ਵਾउल ਤੋਂ ਪਹਿਲਾਂ ਆਪਾਂ ਨੂੰ ਕੀ ਚਾਹੀਦਾ, ਇੱਥੇ ਨੰਬਰ ਚਾਹੀਦਾ, ਬਟ ਇੱਥੇ ਕੀ ਹੈ, ਸਟਾਰ ਹੈ। ਸਟਾਰ ਕੀ ਹੈ, ਸਿੰਬਲ, ਤਾਂ ਇਹ ਵਾਲਾ ਵੀ ਨਹੀਂ ਚੱਕਾਂਗੇ ਆਪਾਂ। ਠੀਕ ਹੈ, ਉਸ ਤੋਂ ਬਾਅਦ ਚੋਂ ਫਿਰ ਆਪਾਂ ਨੂੰ ਕਿਹੜਾ ਕੇਸ ਮਿਲੇਗਾ, ਇਹ ਵਾਲਾ 4AW। ਠੀਕ ਹੈ, 4AW ਕੀ ਹੈ, 4 ਬੇਸਿਕਲੀ ਕੀ ਹੈ, ਨੰਬਰ, ए ਕੀ ਹੈ, ਵਾउल, ਫਿਰ ਉਸ ਤੋਂ ਬਾਅਦ ए ਕੀ ਹੈ, ਨੰਬਰ ਤਾਂ ਨਹੀਂ है ना, की है या तो कॉन्सोनेंट है या फिर अल्फाबेट आएगा, और कोई भी अल्फाबेट आएगा, चाहे वो कॉन्सोनेंट है या वाउल है या फिर कोई भी सिंबल आएगा, बट ए की है कॉन्सोनेंट। क्या हूँ अपने को तीसरा केस बनेगा, देखो कोई होर है ही नहीं, वाउल है ही नहीं कोई भी, तो हूँ पहले ਇੱਥੇ ਆਪਣੇ ਕੋਲ ਕਿੰਨੇ ਕੇਸ ਬਣ ਗਏ, ਸਿਰਫ ਔਰ ਸਿਰਫ 2। ਠੀਕ ਹੈ, ਕਿਉਂਕਿ ਉਸਨੇ ਕੀ ਪੁੱਛਿਆ ਸੀਗਾ, ਵਾउल्स ਤੋਂ ਪਹਿਲਾਂ ਨੰਬਰ ਆਣਾ ਚਾਹੀਦਾ ਹੈ, ਬਾਅਦ ਦੇ ਵਿੱਚ ਨੰਬਰ ਨਹੀਂ ਆਣਾ ਚਾਹੀਦਾ, ਤਾਂ ਐਸੇ ਸਿਰਫ ਔਰ ਸਿਰਫ 2 ਕੇਸ ਬਣੇ हैं। ਤਾਂ ਕਿੰਨੇ, 2, ਯਾਨੀ ਕਿ ਸੀ ਆਪਸ਼ਨ ਆਪਾਂ ਟਿਕ ਲਗਾਵਾਂਗੇ ਤੇ ਅਗਲੇ ਕੁਐਸਚਨ ਵੱਲ ਚੱਲਾਂਗੇ। ਠੀਕ ਹੈ, ਆਈ ਹੋਪ ਸਭ ਨੂੰ ਸਮਝ ਆ ਰਿਹਾ ਆਪਾਂ ਜੋ ਵੀ ਕਰ ਰਹੇ ਹਾਂ। ਚਲੋ ਅਗਲਾ ਕੁਐਸਚਨ ਦੇਖੋ। If all the symbols are dropped from the above arrangement, which of the following will be the 11th from the left? ਇਹ ਬਹੁਤ ਹੀ ਜ਼ਿਆਦਾ ਅੱਛਾ ਕੁਐਸਚਨ ਹੈ। ਠੀਕ ਹੈ, ਜਦੋਂ ਵੀ ਤੁਸੀਂ ਬੈਂਕਿੰਗ ਦਾ ਕੋਈ ਵੀ ਐਗਜ਼ਾਮ ਦੇਣ ਜਾਓਗੇ ਜਿਸ ਦੇ ਵਿੱਚ ਅਲਫਾ ਨੂਮੈਰਿਕ ਸੀਰੀਜ਼ ਆ ਰਹੀ ਹੈ, ਤਾਂ ਇਸ ਟਾਈਪ ਦਾ ਕੁਐਸਚਨ ਪੱਕਾ ਹੋਏਗਾ ਹੀ ਹੋਏਗਾ। ਠੀਕ ਹੈ, ਕਿਉਂਕਿ ਇਸ ਦੇ ਵਿੱਚ ਗਲਤੀ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਹੈ। ਕਲੀਅਰ, ਸੋ ਹੁਣ ਇੱਥੇ ਕੀ ਕਿਹਾ, ਇਫ ਆਲ ਦ ਸਿੰਬਲਸ ਆਰ ਡ੍ਰੌਪਡ ਫਰੋਮ ਦ ਅਬਵ ਅਰੇਂਜਮੈਂਟ, ਯਾਨੀ ਕਿ ਹੁਣ ਸਿੰਬਲਸ ਆਪਾਂ ਕਾਊਂਟ ਕਰਨੇ ਹੀ ਨੇ। ਠੀਕ ਹੈ, ਵਿਚ ਆਫ ਦ ਫੋਲੋਇੰਗ ਵਿਲ ਬੀ ਦ 11th ਫਰੋਮ ਦ ਲੈਫਟ, 11th ਫਰੋਮ ਦ ਲੈਫਟ। ਠੀਕ ਹੈ, ਲੈਫਟ ਤੋਂ 11th ਗਿਣਨਾ ਹੈ, ਸਿੰਬਲ ਕਾਊਂਟ ਨਹੀਂ ਕਰਨੇ, ਤਾਂ ਦੇਖਦੇ ਕਿਹੜਾ ਅਲਫਾਬੈਟ ਹੋਏਗਾ, 1 2 3, ਦੇਖੋ इधर 1 2 3 4 5 6 7 8 9 10 11। ਸੋ ਕੀ ਆਏਗਾ ਇੱਥੇ, ਪੀ। ਪੀ ਕਿਹੜੇ ਆਪਸ਼ਨ ਦੇ ਵਿੱਚ ਹੈ, ਏ ਆਪਸ਼ਨ ਦੇ ਵਿੱਚ, ਸੋ ਇੱਥੇ ਤੁਸੀਂ ਏ ਆਪਸ਼ਨ ਟਿਕ ਲਗਾ ਦੋਗੇ। ਠੀਕ ਹੈ, ਸਮਝ ਆ ਗਿਆ ਕਿਵੇਂ ਕੀਤਾ ਹੈ। ਬੇਸਿਕਲੀ ਉਸਨੇ ਕੀ ਕਿਹਾ ਸੀਗਾ, ਸਿੰਬਲਸ ਆਪਾਂ ਡ੍ਰੌਪ ਕਰ ਦੇਣੇ ਹੈ। ਠੀਕ ਹੈ, ਯਾਨੀ ਕਿ ਕੱਟ ਦੇਣੇ ਹੈ, ਆਪਾਂ ਕਾਊਂਟ ਨਹੀਂ ਕਰਨੇ। ਕਲੀਅਰ ਹੋ ਗਿਆ ਸਭ ਨੂੰ। ਚਲੋ ਅਗਲਾ ਕੁਐਸਚਨ ਤੇ ਆ ਜਾਓ। हले भी सीरीज सेम ही है। ठीक है, विच ऑफ द फॉलोइंग इज 8th टू द राइट ऑफ द 20th फ्रॉम द राइट एंड। ठीक है, तो ये बहुत ही ज़्यादा अच्छा क्वेश्चन है। बेसिकली इतने थोड़ा एक कॉन्सैप्ट फॉलो होएगा कि जो हूँ मैं बोर्ड पर लिख रहे हैं वो प्लीज़ अपनी अपनी नोटबुक से नोट करो, लैफ्ट प्लस राइट। ठीक है, या हो जाए जिमें हुण अपने कोल 4 केस बननगे। ठीक है, हाले आपां प्लस नहीं इत्थे लगा रहे। ठीक है, लैफ्ट है ते राइट है, अगर ऑपोजिट हैं दोनों तो एक तो तुसी प्लस करना होगा, दूस तो बाद फिर अगर एलीमेंट तुसी देखना भी है तो वो कित्थों देखना है, राइट तो देखना है। ठीक है, दूसरा केस जो थोड़ा बनेगा की बनेगा, राइट लेफ्ट। ठीक है,
ਫਿਰ ਇਸ ਦੇ ਵਿੱਚ ਵੀ ਤੁਸੀਂ ਕੀ ਕਰੋਗੇ, ਪਲੱਸ ਕਰੋਗੇ, ਬਟ ਤੁਸੀਂ ਦੇਖੋਗੇ ਕਿੱਥੋਂ ਦੀ, ਲੈਫਟ ਤੋਂ ਦੇਖੋਗੇ। ਠੀਕ ਹੈ, ਇਹ ਅੱਗੇ ਜਾ ਕੇ ਸਮਝਦੇ ਹਾਂ ਆਪਾਂ ਇसी ਕੁਐਸਚਨ ਦੇ ਥਰੂ ਕਿ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ ਮੈਂ। ਉਸ ਤੋਂ ਬਾਅਦ ਦੋਨੋਂ ਲੈਫਟ ਲੈਫਟ ਹੋ ਜਾਣਗੇ। ਠੀਕ ਹੈ, ਦੇਖੋਗੇ ਕਿਸ ਦੇ ਥਰੂ, ਲੈਫਟ ਦੇ ਥਰੂ ਹੀ ਦੇਖੋਗੇ। ਠੀਕ ਹੈ, ਮਾਈਨਸ ਹੋएगा बट ਇੱਥੇ। ਸੋ ਹੁਣ ਅਗਲੇ ਕੋਲ ਆਪਣੇ ਕੋਲ ਜਿਹੜਾ ਫੋਰਥ ਕੇਸ ਬਣੇਗਾ, that is your right। ਠੀਕ ਹੈ, ਸੋ ਇੱਥੇ ਵੀ ਤੁਸੀਂ ਕੀ ਕਰੋਗੇ, ਮਾਈਨਸ ਕਰੋਗੇ, ਬਟ ਦੇਖੋਗੇ ਕਿਸ ਸਾਈਡ ਤੋਂ, ਰਾਈਟ ਸਾਈਡ ਤੋਂ। ਠੀਕ ਹੈ, ਸੋ ਆਈ ਹੋਪ ਸਭ ਨੇ ਇਹ ਨੋਟ ਕਰ ਲਿਆ ਹੋਊਗਾ। ਨਾਲ ਜਿਸਨੇ ਨਹੀਂ ਨੋਟ ਕੀਤਾ ਪਲੀਜ਼ ਵੀਡੀਓ ਨੂੰ ਪੌਜ਼ ਕਰੋ ਤੇ ਨੋਟ ਕਰੋ। ਕਲੀਅਰ। ਸੋ ਹੁਣ ਇਹ केस क्यों लिखे हैं मैं। ठीक है, देखो विच ऑफ द फॉलोइंग इज एट्थ। ठीक है, 8 राइट की गल हो रही है, ऑफ द 20th फ्रॉम द राइट एंड। ठीक है, सो हुन 2 आर आ गए अपने को। ठीक है, 2 आर कितने हैं, लास्ट वाला केस हो गया। की करांगे आपां, माइनस करांगे। की माइनस करांगे, 20 ਦੇ ਵਿੱਚੋਂ 8। 20 ਦੇ ਵਿੱਚੋਂ ਅਗਰ मैंने 8 ਮਾਈਨਸ ਕੀਤਾ ਤਾਂ ਕਿੰਨਾ ਆ ਗਿਆ, 12 ਆ ਗਿਆ। ਠੀਕ ਹੈ, ਸੋ ਹੁਣ ਆਪਾਂ ਨੂੰ ਐਵੇਂ ਤਾਂ ਪਤਾ ਨਹੀਂ ਚੱਲਣਾ ਵੀ ਆਪਾਂ ਕਿਵੇਂ ਕਰਨਾ ਹੈ। ਸੋ ਹੁਣ ਆਪਾਂ ਨੂੰ ਕੀ ਹੈ, ਇੱਥੇ 12 ਕੀ ਆ ਗਿਆ, ਆਪਾਂ 12th ਐਲੀਮੈਂਟ ਦੇਖਾਂਗੇ। ਕਿੱਥੋਂ ਦੇਖਾਂਗੇ, ਠੀਕ ਹੈ, ਰਾਈਟ ਸਾਈਡ ਤੋਂ ਦੇਖਾਂਗੇ। ਠੀਕ ਹੈ, ਦੇਖੋ 1 2 3 4 5 6 7 8 9 10 11 12। तो थोड़ा U ਇੱਥੇ ਕੀ ਹੈ, आंसर हो जाएगा। अगर U ਇੱਥੇ नहीं है तो फिर तुसी की करोगे, नन ऑफ दीज टिक लगा दोगे। ठीक है, फॉर एग्जाम्पल ਹੁਣ अगर मैं कहा उरे 8th टू द राइट ऑफ द 20th फ्रॉम द लेफ्ट। ठीक है, अपने वालों आप एक केस बना लिया, 8th टू द राइट ऑफ द 20th फ्रॉम द लेफ्ट। सो ਇੱਥੇ ਕੀ ਆਏਗਾ, 20 ਤੇ 8 ਦੇ ਵਿੱਚ ਲੈਫਟ ਰਾਈਟ ਤੇ ਲੈਫਟ ਦੇ ਵਿੱਚ ਕੀ ਸਾਈਨ ਆ ਉਰੇ, ਪਲੱਸ। ਤਾਂ ਆਪਾਂ ਐਲੀਮੈਂਟ ਵੀ ਕਿਹੜਾ ਦੇਖ ਰਹੇ ਹਾਂ, ਲੈਫਟ ਸਾਈਡ ਤੋਂ। ਪਲੱਸ ਕਰਕੇ ਮੇਰਾ ਟੋਟਲ ਕਿੰਨਾ ਬਣ ਜਾਏਗਾ, 28। ਸੋ 28 ਹੁਣ ਮੈਂ ਕਿੱਥੋਂ ਗਿਣੂੰਗਾ, ਲੈਫਟ ਸਾਈਡ ਤੋਂ। ਠੀਕ ਹੈ, ਸੋ ਹੁਣ ਬੇਸਿਕਲੀ ਇਸ ਨੂੰ ਤੁਸੀਂ ਸਾਰੇ ਟੇਬਲ ਨੂੰ ਯਾਦ ਕਰਨਾ ਕਿਵੇਂ ਹੈ। ਦੇਖੋ ਲੈਫਟ ਰਾਈਟ, ਰਾਈਟ ਲੈਫਟ, ਜਦੋਂ ਵੀ ਦੋ ਅਲੱਗ-ਅਲੱਗ ਹੋਣ ਡਾਇਰੈਕਸ਼ਨਸ ਤਾਂ ਪਲੱਸ ਹੋਏਗਾ, ਜਦੋਂ ਵੀ ਦੋਨੋਂ ਡਾਇਰੈਕਸ਼ਨਸ ਸੇਮ ਹੋਣ ਤਾਂ ਕੀ ਹੋਏਗਾ, ਮਾਈਨਸ ਹੋਏਗਾ। ਇਹ ਚੀਜ਼ ਸਮਝ ਆ ਗਈ। ਠੀਕ ਹੈ, ਤਾਂ ਹੁਣ ਆਪਾਂ ਨੂੰ ਜੋ ਇਹ ਦੇਖਣਾ ਕਿੱਧਰੋਂ ਹੈ, ਰਾਈਟ ਤੋਂ ਦੇਖਣਾ ਹੈ, ਲੈਫਟ ਤੋਂ ਦੇਖਣਾ ਹੈ, ਲੈਫਟ ਤੋਂ ਦੇਖਣਾ ਹੈ ਜਾਂ ਰਾਈਟ ਤੋਂ ਦੇਖਣਾ ਹੈ। ਠੀਕ ਹੈ, ਸੋ ਬੇਸਿਕਲੀ ਉਹ ਚੀਜ਼ ਜੋ ਡਿਪੈਂਡ ਕਰੇਗੀ ਜੋ ਕੁਐਸਚਨ ਦੇ ਵਿੱਚ ਬਾਅਦ ਦੇ ਵਿੱਚ ਲਿਖਿਆ ਹੋਇਆ ਹੈ। ਠੀਕ ਹੈ, ਸੋ ਹੁਣ ਇੱਥੇ ਕੀ ਲਿਖਿਆ ਸੀਗਾ, 8th ਟੂ ਦ ਰਾਈਟ ਆਫ ਦ 20th ਫਰੋਮ ਦ ਰਾਈਟ। ਸੋ ਰਾਈਟ ਰਾਈਟ ਹੈ, ਮਾਈਨਸ ਤਾਂ ਹੋ ਗਿਆ। ਠੀਕ ਹੈ, ਬਟ ਆਪਾਂ ਦੇਖਾਂਗੇ ਕਿੱਥੋਂ ਦੀ, ਜੋ ਕੁਐਸਚਨ ਦੇ ਵਿੱਚ ਬਾਅਦ ਦੇ ਵਿੱਚ ਲਿਖਿਆ ਹੋਇਆ ਹੈ। ਬਾਅਦ ਦੇ ਵਿੱਚ ਕੀ ਲਿਖਿਆ ਹੋਇਆ ਸੀ, ਰਾਈਟ, ਤਾਂ ਫਿਰ ਆਪਾਂ ਰਾਈਟ ਦੇ ਵਿੱਚੋਂ ਦੇਖਾਂਗੇ। ਠੀਕ ਹੈ, ਇੱਕ ਵਾਰ ਦੁਬਾਰਾ ਆਪਾਂ ਚੈੱਕ ਕਰ ਲੈਂਦੇ ਆ, 8th ਟੂ ਦ ਰਾਈਟ ਆਫ 20th ਫਰੋਮ ਦ ਰਾਈਟ ਐਂਡ। ਸੋ ਹੁਣ ਮਾਈਨਸ ਤਾਂ ਹੋਏਗਾ, ਸੋ 20 ਮਾਈਨਸ 8 ਕਿੰਨਾ ਹੁੰਦਾ, 12। ਸੋ ਹੁਣ ਆਪਾਂ ਦੇਖਾਂਗੇ ਵੀ ਕਿਸ ਸਾਈਡ ਤੋਂ, ਰਾਈਟ ਸਾਈਡ ਤੋਂ। 1 2 3 4 5 6 7 8 9 10 11 12। ਸੋ ਅਗੇਨ ਤੁਹਾਡਾ ਆंसर ਹੈ ਜੋ ਕਿੰਨਾ ਆਇਆ, U ਆਇਆ, ਯਾਨੀ ਕਿ ਨਨ ਆਫ ਦਿਸ। ਠੀਕ ਹੈ, ਸੋ ਇਸ ਤਰੀਕੇ ਨਾਲ ਆਪਾਂ ਇਹ ਸਾਰੇ ਕੁਐਸਚਨ ਕਰਾਂਗੇ ਜਦੋਂ ਵੀ ਆਪਾਂ ਨੂੰ ਇਹ ਕਨਸੈਪਟ ਦੇਖਣ ਨੂੰ ਮਿਲੇਗਾ। ਠੀਕ ਹੈ, ਚਲੋ ਅਗਰ ਸਕਰੀਨਸ਼ਾਟ ਖਿੱਚਣਾ ਹੈ ਤੁਸੀਂ ਇਸ ਟੇਬਲ ਦਾ ਤਾਂ ਸਕਰੀਨਸ਼ਾਟ ਖਿੱਚ ਸਕਦੇ ਹੋ। ਫਿਰ ਆਪਾਂ ਨੈਕਸਟ ਸੀਰੀਜ਼ ਤੇ ਚੱਲਦੇ ਹਾਂ। हाँ जी, हो गया। चलो सो क्लीन कर रहे हैं मैं हूँ। ਨੈਕਸਟ ਸੀਰੀਜ਼ ਤੇ ਆ ਜਾਓ। ਸੀਰੀਜ਼ ਹਾਲੇ ਵੀ ਸੇਮ ਹੈ, ਕੁਐਸਚਨ ਡਿਫਰੈਂਟ ਹੈ। ਸੋ ਹੁਣ ਦੇਖਦੇ ਆਪਾਂ ਇਹ ਕੁਐਸਚਨ ਕੀ ਕਹਿ ਰਿਹਾ, 4 of the following 5 are alike in a certain way based on their positions in the above arrangement and so form a group। ਸੋ ਕਹਿ ਰਿਹਾ ਕਿ ਇਹਨਾਂ ਪੰਜਾਂ ਦੇ ਵਿੱਚੋਂ 4 ਬਿਲਕੁਲ ਸੇਮ ਪੈਟਰਨ ਤੇ ਫੋਲੋ ਹੋ ਰਹੇ ਹੋਣਗੇ, ਇੱਕ ਕੋਈ ਐਸਾ ਹੈ ਜਿਸ ਦਾ ਸੇਮ ਪੈਟਰਨ ਨਹੀਂ ਹੋਏਗਾ, ਉਹ ਆਪਾਂ
रिकॉग्नाइज करना है। ठीक है, सो हुण पहला की है के पी कॉपीराइट। सो के पी कॉपीराइट तो ਆਪਾਂ ਦੇਖਾਂਗੇ ਕਿਵੇਂ ਫੋਲੋ ਹੋ ਰਿਹਾ ਹੈ। ठीक है, पहला अगे चले गए, फिर उस तो पीछे आ गए, तो कुछ इस तरीके नाल है के पी कॉपीराइट, एक अगे चले गए, एक पीछे आ गए। ठीक है, दूसरा की है यू क्यू स्टार। तो बेसिकली स्टार किथे है, यू क्यू स्टार। सो हले भी सेम पैटर्न फॉलो होया है। सैकेंड लैटर की है एक अगे वाला, ते थर्ड लैटर की है उस तो एक पीछे वाला। ठीक है, थर्ड की है 9 ई एफ। सो 9 ई एफ, तो ये भी सेम पैटर्न है, पहले एक अगे चले गए फिर दो पीछे आ गए। चौथा की है I B7, I B7। ਸੋ ਹੁਣ ਦੇਖਣ ਦੇ ਵਿੱਚ ਹੀ ਪਤਾ ਚੱਲ ਰਿਹਾ ਪਹਿਲਾਂ ਆਪਾਂ ਅੱਗੇ ਜਾਣਾ ਸੀ, ਬਟ ਇੱਥੇ ਕੀ ਹੈ ਪਹਿਲਾਂ ਆਪਾਂ ਪਿੱਛੇ ਆ ਗਏ। ਸੋ ਜੋ ਤੁਹਾਡਾ फोर्थ ऑप्शन है वो की है गलत हो जाएगा। ठीक है, लास्ट वाला भी अगर ਤੁਸੀਂ चेक करना चाहते हो तो चेक कर सकते हो। सो की ਦਿੱਤਾ ਹੋਇਆ है R1%। सो देखो सारे साइंस अपने सेम फॉलो हो रहे हैं, सिर्फ यही वाला डिफरेंट है। तो ये केड़ा ऑप्शन सी, ऑप्शन नंबर डी। ठीक है, सो बेसिकली एग्जामिनर ਇਹ ਵਾਲਾ क्वेश्चन ਤੁਹਾਨੂੰ ਬੈਂਕਿੰਗ ਦੇ ਵਿੱਚ ਕਿਉਂ ਪਾਏਗਾ, ਕਿਉਂਕਿ ਉਹ ਤੁਹਾਡਾ ਟਾਈਮ ਵੇਸਟ ਕਰਵਾਉਣਾ ਚਾਹੁੰਦਾ ਹੈ। ਠੀਕ ਹੈ, ਤਾਂ ਬੈਂਕਿੰਗ ਦੇ ਵਿੱਚ ਕਿਉਂਕਿ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੁੰਦੀ ਹੈ, ਘੱਟ ਟਾਈਮ ਦੇ ਵਿੱਚ ਤੁਸੀਂ ਜ਼ਿਆਦਾ ਕੁਐਸਚਨਸ ਕਰਨੇ ਹੁੰਦੇ ਆ, इसीलिए कुछ ऐसे क्वेश्चंस पाए जाते हैं। ठीक है, चलो अगले क्वेश्चन पे आ जाओ। सॉरी, सो हुण इत्थे अपनी सीरीज बिल्कुल चेंज हो चुकी है। क्लियर, चलो हुण क्वेश्चन की है विच ऑफ द फॉलोइंग इज फोर्थ टू द लेफ्ट ऑफ 10th फ्रॉम द राइट। तो की है लेफ्ट राइट, जिथे भी साइंस ऑपोजिट होन की होएगा प्लस होएगा, ते देखांगे भी आपां किस साइड तो, बाद वाली तो, राइट तो देखांगे। ठीक है, सो हुण इत्थे की लिखिया होया है फोर्थ ते 10th। सो 4 + 10 ਤੁਹਾਡਾ कितना हो जाता है 14। 14 कितों देखांगे आपां राइट एंड तो। सो राइट एंड अपना कितों शुरू हो रहा है इधरों, 1 2 3 4 5 6 7 8 9 10 11 12 13 14। सो ई ऑप्शन आप टिक लगावांगे। इस क्वेश्चन का आंसर है अपना की हो जाएगा डी ऑप्शन, यानी कि ई। क्लियर हो गया सबनों। सो ऐसे क्वेश्चंस अगे होर भी हैं, उस दे नाल थोड़ी होर ज़्यादा क्लैरिटी हो जाएगी। बट हुण अगर मैं इत्थे लिखदा फोर्थ टू द राइट, ठीक है, ऑफ द 10th फ्रॉम द राइट। ठीक है, सो हुण तुसीं इसका कॉमेंट सैक्शन दे विच दसना है कि इसका आंसर की होएगा। ठीक है, की अल्फाबेट इसका आंसर हो सकता है। ठीक है, सो यह वाला क्वेश्चन है जो थोड़े लिए होमवर्क है, कमेंट सैक्शन दे विच जरूर दसना है सब ने। ठीक है, की लिखे है फोर्थ टू द राइट ऑफ द 10th फ्रॉम द राइट। क्लियर, चलो नेक्स्ट क्वेश्चन कर रहे हैं। हाउ मैनी सच नंबर्स आर देयर इन द अबव अरेंजमेंट। ठीक है, नंबर की गल कर रहे हैं, वो नंबर आप विच लिख लेने हैं। ईच ऑफ विच इज इमीजिएटली प्रोसीडेड बाय अ नंबर, उस तो पहला भी की है नंबर होना चाहिए, बट इमीजिएटली नॉट फॉलोड बाय अ लेटर, यानी कि इत्थे लेटर है जो नहीं होना चाहिए, या तो नंबर होवे या फिर की होना चाहिए है सिंबल। ठीक है, लैटर नहीं होना चाहिए, या तो नंबर होवे या फिर सिंबल होवे। तो हुण किते तुहानूं तीन नंबर इकट्ठे दिख रहे हैं, नहीं दिख रहे। ठीक है, तीन नंबर किते भी इकट्ठे नहीं हैगे। सो हुण आपां सिर्फ और सिर्फ एक पेयर देखना है, पेयर देखांगे भी केड़ा, नंबर नंबर सिंबल। ठीक है, क्योंकि नंबर किते भी नहीं है तीन इकट्ठे, तो हुण आपां की देखांगे नंबर नंबर सिंबल। ठीक है, सो नंबर सिंबल नहीं, नंबर नंबर सिंबल एक पेयर ए सी। ठीक है, सो हुण आपां नहीं लिख रहे उसनों। फिर उस तो बाद नंबर नंबर सिंबल नहीं, नंबर नंबर सिंबल नहीं, सिर्फ एक ही पेयर बनया है जो अंडरलाइन किया है 5 6 स्टार। तो एक अगर पेयर बनया तो आप बी ऑप्शन टिक लगा देंगे, यानी कि सिर्फ और सिर्फ एक पेयर बनया है। ठीक है, चलो सो हुण
ਬੇਸਿਕਲੀ ਜੋ ਇਹ ਟੌਪਿਕ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ। ਇਹ 2 ਮਿੰਟ ਦੇ ਵਿੱਚ, ਠੀਕ ਹੈ, ਤੁਸੀਂ 5 ਦੇ 5 ਕੁਐਸਚਨ ਕਰ ਸਕਦੇ ਹੋ। ਕਿਉਂਕਿ ਬੈਂਕਿੰਗ ਦੇ ਵਿੱਚ ਕੀ ਹੁੰਦਾ, 20 ਮਿੰਟਸ ਦੇ ਵਿੱਚ ਕਿੰਨੇ ਕੁਐਸਚਨ ਆ ਗਏ, ਕਿੰਨੇ ਕੁਐਸਚਨਸ ਆਣਗੇ, 35 ਕੁਐਸਚਨਸ, ਠੀਕ ਹੈ। ਸੋ ਹੁਣ ਅਗਰ ਤੁਸੀਂ ਦੇਖੋ 20 ਦੇ ਵਿੱਚੋਂ 18 ਮਿੰਟ ਤੁਹਾਡੇ ਕੋਲ ਬਚ ਜਾਣਗੇ। ਅਗਰ 2 ਮਿੰਟ ਤੁਸੀਂ ਇੱਥੇ ਲਗਾ ਦੋਗੇ ਸੋ 18 ਮਿੰਟ 'ਚ ਤੁਸੀਂ ਬਾਕੀ ਦੇ ਕਿੰਨੇ ਕੁਐਸਚਨ ਕਰਨੇ ਹੈ, 30 ਕੁਐਸਚਨ, ਠੀਕ ਹੈ। ਸੋ ਹੁਣ ਥੋੜਾ ਜਿਹਾ ਹੋਰ ਈਜ਼ੀ ਲੱਗ ਰਹੀ ਹੈ ਇਹ ਚੀਜ਼, ਠੀਕ ਹੈ। ਬਾਕੀ ਅਗਰ ਤੁਹਾਨੂੰ ਸਾਇਲੌਗਸ ਆ ਗਿਆ ਤਾਂ 2 ਮਿੰਟ ਤੁਸੀਂ ਉਸ ਤੇ ਲਗਾਣੇ ਆ, 5 ਕੁਐਸਚਨ ਤੁਹਾਡੇ ਉਸ ਦੇ ਵਿੱਚ ਹੋ ਜਾਣਗੇ। ਤਾਂ ਫਿਰ ਤੁਸੀਂ ਹੁਣ 16 ਮਿੰਟ 'ਚ ਕਿੰਨੇ ਕੁਐਸਚਨ ਕਰਨੇ ਹੈ, 25 ਕੁਐਸਚਨ, ਠੀਕ ਹੈ। ਇਨਇਕੁਐਲਿਟੀ ਆ ਗਿਆ ਤਾਂ 14 ਮਿੰਟ 'ਚ ਸਿਰਫ ਔਰ ਸਿਰਫ ਕਿੰਨੇ ਕੁਐਸਚਨ ਬਚੇ हैं, 20, ਠੀਕ ਹੈ। ਸਾਰੇ ਤਾਂ ਆਪਾਂ ਵੈਸੇ ਵੀ ਨਹੀਂ ਕਰਨੇ 35 ਚੋਂ 35। ਅਸੀਂ ਕੀ ਰਿਕਮੈਂਡ ਕਰਦੇ ਹਾਂ, ਤੁਸੀਂ ਸਿਰਫ ਔਰ ਸਿਰਫ 30 ਕੁਐਸਚਨ ਕਰਨੇ ਹੈ ਤੇ 30 ਦੇ 30 ਕੀ ਹੈ, ਸਹੀ ਹੋਣੇ ਚਾਹੀਦੇ ਹਨ, ਠੀਕ ਹੈ। ਸੋ ਹੁਣ 30 ਕੁਐਸਚਨ ਤੁਸੀਂ ਕਰਨੇ ਆ, 30 ਦੇ ਵਿੱਚੋਂ ਤੁਸੀਂ 5 ਕੁਐਸਚਨ ਇੱਧਰ ਕਰ ਲਏ, ਠੀਕ ਹੈ, 5 ਕੁਐਸਚਨ ਤੁਸੀਂ ਇਹ ਕਰ ਲਏ, 5 ਕੁਐਸਚਨ ਤੁਸੀਂ ਇਨਇਕੁਐਲਿਟੀ ਦੇ ਕਰ ਲਏ। ਸੋ ਹੁਣ ਤੁਹਾਨੂੰ ਕੀ ਹੈ, 20 ਕੁਐਸਚਨ ਦੇ ਵਿੱਚ ਕੀ ਹੋਏਗਾ, 3 ਜਾਂ 4 ਪਜ਼ਲਸ ਹੋਣਗੀਆਂ, ਠੀਕ ਹੈ। ਤੁਸੀਂ ਪਜ਼ਲਸ ਅਟੈਂਪਟ ਕਰੋ, 3 ਪਜ਼ਲਸ ਅਟੈਂਪਟ ਕਰ ਲਓ, ਠੀਕ ਹੈ। ਪਜ਼ਲਸ ਅਟੈਂਪਟ ਕਰੋਗੇ, ਐਕੂਰੇਟ ਬਣਨਗੀਆਂ ਤਾਂ ਤੁਹਾਡੇ 30 ਕੁਐਸਚਨ ਉਹ ਬਹੁਤ ਆਰਾਮ ਨਾਲ ਅਟੈਂਪਟ ਹੋ ਜਾਣਗੇ, ਠੀਕ ਹੈ। 5 ਕੁਐਸਚਨ ਤੁਸੀਂ ਇਹ ਕਰ ਲਏ, ਠੀਕ ਹੈ, 5 ਕੁਐਸਚਨ ਤੁਸੀਂ ਸਾਇਲੌਗ ਦੇ, 5 ਰੀਜ਼ਨਿੰਗ ਦੇ, ਉਹਦੇ ਇਨਇਕੁਐਲਿਟੀ ਦੇ, 3 ਪਜ਼ਲਸ ਕਰ ਲਿਆ 5-5 ਕੁਐਸਚਨ ਦੇ, 30 ਕੁਐਸਚਨ ਅਟੈਂਪਟ ਹੋ ਗਏ ਵਿਦ ਐਕੂਰੇਸੀ। ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਪੇਪਰ ਨਾ ਕਲੀਅਰ ਹੋਵੇ, ਠੀਕ ਹੈ। ਸੋ ਇਸ ਦਾ ਆਨਸਰ ਮਿਲ ਗਿਆ ਤੁਹਾਨੂੰ, ਨਹੀਂ? ਚਲੋ ਸੋ ਹੁਣ ਆਪਾਂ ਇਹ ਕੁਐਸਚਨ ਡਿਸਕਸ ਕਰਦੇ ਹਾਂ। ਹਾਂ, ਇਹ ਵਾਲਾ ਹੋ ਗਿਆ ਸੀ ਆਪਣਾ। ਹੁਣ ਆਪਾਂ ਗੱਲ ਕਰਦੇ ਹਾਂ ਇਸ ਤੋਂ ਅਗਲੇ ਕੁਐਸਚਨ ਦੀ। ਚਲੋ, if all the symbols and letters from the above arrangement are dropped, ठीक है, यानी कि ਹੁਣ ਆਪਾਂ ਨਾ ਸਿੰਬਲ ਕਾਊਂਟ ਕਰਨੇ ਹੈ ਨਾ ਲੈਟਰ ਕਾਊਂਟ ਕਰਨੇ ਹੈ, यानी कि सिर्फ और सिर्फ नंबर देखने हैं, ठीक है। which of the following will be the fifth from the left end, लेफ्ट तो फिफ्थ नंबर ਤੇ ਕਿਹੜਾ ਹੋਏਗਾ, 1 2 3 4 5 7, तो 7 ਟਿਕ ਲਗਾਓ ਅਗਲੇ ਕੁਐਸਚਨ ਤੇ। ਚਲੋ, ਸੋ ਇੰਨੀ ਸਪੀਡ ਦੇ ਨਾਲ ਤੁਸੀਂ ਐਗਜ਼ਾਮ ਦੇ ਵਿੱਚ ਵੀ ਕਰੋਗੇ। ਹਾਊ ਮੈਨੀ ਸਚ ਕੌਨਸੋਨੈਂਟਸ ਆਰ ਦੇयर in the above arrangement, each of which is immediately preceded by a letter and immediately followed by a vowel, ठीक है। यानी कि ਕੀ ਕਹਿ ਰਿਹਾ ਉਹ, ਲੈਟਰ ਕੌਨਸੋਨੈਂਟ ਵਾਊਲ, 3 ਲੈਟਰ ਬੇਸਿਕਲੀ ਕਿੱਥੇ ਇਕੱਠੇ ਆ ਹੋਣਗੇ, ਠੀਕ ਹੈ, ਲੈਟਰ ਕੌਨਸੋਨੈਂਟ ਤੇ ਵਾਊਲ। ਸੋ ਲੈਟਰ ਕੌਨਸੋਨੈਂਟ ਵਾਊਲ ਕਿਤੇ 3 ਲੈਟਰ ਇਕੱਠੇ ਹੋ ਰਹੇ ਆ, ਹਾਂਜੀ। ਇੱਕ ਇੱਥੇ ਵਾਊਲ, ਲੈਟਰ ਕੌਨਸੋਨੈਂਟ ਵਾਊਲ, ਇੱਕ ਆਹ ਕੇਸ ਹੈ, ਠੀਕ ਹੈ। ਹੋਰ ਤੇ ਇੱਥੇ 3 ਲੈਟਰ ਕੌਨਸੋਨੈਂਟ, ਹਾਂ ਇੱਕ ਆ ਸੀਗਾ, ਠੀਕ ਹੈ, ZYA, ਇੱਕ ਇਹ ਕੇਸ ਹੋ ਗਿਆ। ਉਸ ਤੋਂ ਬਾਅਦ ਹੋਰ ਵਾਊਲ ਕਿੱਥੇ ਹੈ, ਆ ਸੀ, ਬਟ ਇੱਥੇ ਨੰਬਰ ਆਪਾਂ ਨੂੰ ਕੀ ਚਾਹੀਦਾ ਹੈ, ਲੈਟਰ, ਠੀਕ ਹੈ। ਸੋ ਇੱਕ ਇਹ ਬਸ ਸਿਰਫ ਇਹੀ ਕੇਸ ਬਣ ਰਹੇ, ਕਿੰਨੇ ਕੇਸ ਬਣ ਗਏ, ZYAPLE, ਕਿੰਨੇ ਕੇਸ ਬਣ ਗਏ, 2। ਤਾਂ ਆਪਸ਼ਨ ਨੰਬਰ ਸੀ ਤੇ ਟਿਕ ਲਗਾਓ, ਨੈਕਸਟ ਕੁਐਸਚਨ ਤੇ ਚਲੋ, ਠੀਕ ਹੈ। ਸੋ ਆਈ ਹੋਪ ਸਭ ਨੂੰ ਲੈਕਚਰ ਸਮਝ ਆ ਰਿਹਾ ਹੈ ਇੱਥੇ ਤੱਕ ਆਪਾਂ ਜੋ ਵੀ ਡਿਸਕਸ ਕੀਤਾ। ਨੈਕਸਟ ਕੁਐਸਚਨ ਦੇਖੋ, 11th ਕੁਐਸਚਨ ਆਪਣੀ ਅੱਜ ਦਾ। 4 of the following 5 are alike in a certain way based on their positions, ਸੋ ਇਹ ਆਪਾਂ ਆਲਰੇਡੀ ਪਹਿਲਾਂ ਵੀ ਕਰ ਚੁੱਕੇ, in the above arrangement and so form a group। ਸੋ 5 ਦੇ ਵਿੱਚੋਂ 4 ਐਸੇ ਹੋਣਗੇ ਜੋ ਗਰੁੱਪ ਫਾਰਮ ਕਰਦੇ ਹੋਣਗੇ, ਠੀਕ ਹੈ। ਇੱਕ ਐਸਾ ਹੋਏਗਾ ਜੋ ਫਾਰਮ ਨਹੀਂ ਕਰਦਾ ਹੋਏਗਾ। ਹੁਣ 4ZA, ਤਾਂ ਹੁਣ 4ZA, ਠੀਕ ਹੈ, यानी कि ਵਿੱਚ 2 ਫਿਰ ਇੱਕ ਐਲੀਮੈਂਟ ਹੈ। ਬੀ ਆਪਸ਼ਨ ਕੀ ਹੈ, $Y5, ਸੋ ਡਾਲਰ ਕਿੱਥੇ ਹੈ ਤੁਹਾਡਾ, $5Y। ਸੋ ਹੁਣ ਇੱਥੇ ਕੀ ਹੈ, ਡਾਲਰ ਤੋਂ ਕਿੰਨੇ ਐਲੀਮੈਂਟਸ ਹੋ ਗਏ, ਬਹੁਤ ਜ਼ਿਆਦਾ ਐਲੀਮੈਂਟ ਹੋ ਗਏ, 1 2 3 4 ਐਲੀਮੈਂਟਸ ਵਿੱਚ ਹੋ ਗਏ, ਵਾਪਸ ਇਹ ਪਿੱਛੇ ਆ ਗਿਆ, ਠੀਕ ਹੈ। ਤਾਂ ਹੁਣ ਆਪਾਂ ਨੂੰ ਦੇਖ ਕੇ ਹੀ ਪਤਾ ਚੱਲ ਜਾਏਗਾ। ਤੀਸਰਾ ਆਪਸ਼ਨ ਕੀ ਹੈ, CU%, CU, ਫਿਰ ਉਸ ਤੋਂ ਬਾਅਦ ਕੀ ਆ ਗਿਆ, ਪਰਸੈਂਟ। ਸੋ ਇੱਥੇ ਤਾਂ ਹੁਣ ਲੱਗਦਾ ਗੜਬੜੀ ਹੋ ਗਈ ਹੈ,
4ZA, ठीक है। फिर उस तो बाद की है PTS, PTS। ਸੋ ਪਹਿਲਾਂ ਦੋ ਲੈਟਰ ਵਿੱਚ ਫਿਰ ਇੱਕ ਲੈਟਰ। ਸੋ ਇੱਥੇ ਵੀ ਕੁਛ ਨਾ ਕੁਛ ਚੇਂਜ ਹੋਏਗਾ। ਪਰਸੈਂਟ ਦੀ ਜਗ੍ਹਾ CU, ਇੱਥੇ ਪਰਸੈਂਟ ਦੀ ਜਗ੍ਹਾ ਤੁਸੀਂ ਕੀ ਕਰ ਲਓ, X ਕਰ ਲਓ, ਠੀਕ ਹੈ। ਕੁਛ ਪ੍ਰਿੰਟਿੰਗ ਐਰਰ ਹੋਣੇਗਾ, ਠੀਕ ਹੈ। ਚਲੋ, तो ਉਸ ਤੋਂ ਬਾਅਦ @LT, @LT, ਠੀਕ ਹੈ। ਬੇਸਿਕਲੀ ਕੀ ਫੋਲੋ ਹੋਇਆ ਹੈ ਚਾਰ ਆਪਸ਼ਨ ਦੇ ਵਿੱਚ, ਇੱਕ ਲੈਟਰ ਲਿਖਿਆ, ठीक है। फिर दो स्किप करके फिर एक होर आ गया, फिर एक स्किप करके एक होर आ गया, तो यही सीरीज फॉलो हुई है, ठीक है। सिर्फ सेकंड ऑप्शन ਦੇ ਵਿੱਚ ਯਾਨੀ ਕਿ $Y5 ਦੇ ਵਿੱਚ ਹੀ ਬਹੁਤ ਜ਼ਿਆਦਾ ਬੇਕਾਰ ਸੀਰੀਜ਼ ਫੋਲੋ ਹੋਈ ਹੈ ਕਿ ਉਸਨੇ ਪਹਿਲਾਂ ਕਿੰਨੇ ਲੈਟਰ ਸਕਿਪ ਕੀਤੇ, 1 2 3 4, ਫਿਰ ਵਾਪਸ ਉਹ ਪਿੱਛੇ ਚਲਾ ਗਿਆ। ਸਮਝ ਆ ਗਿਆ। ਸੋ ਕਿਹੜਾ ਆਪਸ਼ਨ ਤੁਸੀਂ ਟਿਕ ਲਗਾਓਗੇ, ਬੀ ਆਪਸ਼ਨ, ਠੀਕ ਹੈ। ਸੋ ਬੀ ਆਪਸ਼ਨ ਤੁਹਾਡਾ ਇਸ ਕੁਐਸਚਨ ਦਾ ਆਨਸਰ ਹੋ ਜਾਏਗਾ। ਚਲੋ अगला क्वेश्चन करते हैं। विच ऑफ द फॉलोइंग इज फिफ्थ टू द राइट ऑफ 12th डिजिट फ्रॉम द राइट। सो राइट ते राइट है यानी कि की होएगा, माइनस होएगा। माइनस करके की आएगा 12th ते फिफ्थ नु माइनस करके की आ गया 7th। देखेंगे भी किस साइड तो, राइट साइड तो देखेंगे, ठीक है। सो 7th फ्रॉम द राइट की होएगा 1 2 3 4 5 6 7, 3 आएगा यानी कि ऑप्शन नंबर ए, ठीक है। समझ आ ਗਿਆ। ਹੁਣ आई थिंक ਇਹ ਚੀਜ਼ ਤਾਂ ਸਭ ਨੂੰ ਸਮਝ ਆ ਰਹੀ ਹੋਏਗੀ ਜੋ ਆਪਾਂ ਕੀਤਾ ਸੀ, ਠੀਕ ਹੈ। ਚਲੋ, ਸੋ ਆ ਜਾਓ ਹੁਣ ਨੈਕਸਟ ਕੁਐਸਚਨ ਤੇ। ਹੁਣ ਬੇਸਿਕਲੀ ਇਹ ਲੈਕਚਰ ਸਪੀਡ ਨਾਲ ਆਪਣਾ ਕਿਉਂ ਚੱਲ ਰਿਹਾ ਹੈ ਕਿ ਤਾਂ ਟੌਪਿਕ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਪੇਪਰ ਦੇ ਵਿੱਚ ਵੀ ਤੁਸੀਂ ਇਸੀ ਸਪੀਡ ਨਾਲ ਕੁਐਸਚਨ ਅਟੈਂਪਟ ਕਰਨੇ ਹੈ, ਠੀਕ ਹੈ। ਸਟਾਰਟਿੰਗ ਤੋਂ ਹੀ ਆਪਣੀ ਰੀਡਿੰਗ ਹੈਬਿਟ तेज करके चलो, ठीक है। हाउ मैनी फाइव्स आर देयर इन द अबव अरेंजमेंट, किन्ने पंज ऐसे ने ऊपर वाले अरेंजमेंट ਦੇ ਵਿੱਚ, ईच ऑफ विच इज इमीडिएटली फॉलोड बाय अ डिजिट विच हैज अ न्यूमेरिकल वैल्यू ऑफ लेस देन 5। सो ਹੁਣ ਇੱਥੇ ਕੀ ਕਿਹਾ ਹੈ ਉਸਨੇ, 5 ਤੋਂ ਨੰਬਰ ਕੀ ਹੈ, ਛੋਟਾ ਹੋਣਾ ਚਾਹੀਦਾ ਹੈ, ਠੀਕ ਹੈ। ਜਾਂ ਇੱਥੇ ਆਪਾਂ ਲਿਖ ਦਿੰਦੇ ਹਾਂ ਇੱਕ ਨੰਬਰ ਇਹ ਹੈ, ਦੂਸਰਾ ਕੀ ਹੈ, लेस देन 5, क्लियर। सो ਹੁਣ 5 ਤੋਂ ਬਾਅਦ 9, ਬਟ 9 ਤਾਂ 5 ਤੋਂ ਬੜਾ ਹੋ ਗਿਆ ਤਾਂ ਇਹ ਵਾਲਾ ਨਹੀਂ ਆਣਾ, ਠੀਕ ਹੈ। ਫਿਰ ਉਸ ਤੋਂ ਬਾਅਦ 5 ਤੋਂ ਬਾਅਦ 8, ਇਹ ਵੀ ਨਹੀਂ ਆਣਾ। 5 ਤੋਂ ਬਾਅਦ 9 ਨਹੀਂ ਆਣਾ, ਠੀਕ ਹੈ। 5 ਤੋਂ ਬਾਅਦ 2 यानी कि एक केस ਤਾਂ ਤੁਹਾਡਾ ਇਹ ਹੋਏਗਾ 5 ਤੋਂ 2, ਠੀਕ ਹੈ। ਉਸ ਤੋਂ ਬਾਅਦ 5 ਤੋਂ 1 दूसरा केस ਇਹ ਹੋ ਗਿਆ। और तो कोई केस नहीं है, सिर्फ और सिर्फ ऐसे दो केस बने हैं, दैट इज सी ऑप्शन थोड़ा इस क्वेश्चन का आंसर हो जाओ, ठीक है। क्लियर हो गया सबनों। चलो आ जाओ अगले क्वेश्चन पे। हाउ मैनी सच फोर्स आर देयर इन द गिवन अरेंजमेंट, ईच ऑफ विच इज इमीडिएटली प्रीसीडेड बाय एन ईवन नंबर। प्रीसीडेड का मतलब पहला इत्थे की होना चाहिए है, ईवन नंबर, ठीक है। एंड ऑल्सो इमीडिएटली फॉलोड बाय एन ऑड डिजिट। 4 ਤੋਂ ਪਹਿਲਾਂ ਤਾਂ ਈਵਨ ਹੋਵੇ, ਬਾਅਦ ਦੇ ਵਿੱਚ ਕੀ ਹੋਵੇ, ਔਡ, ਠੀਕ ਹੈ। 4 ਤੋਂ ਪਹਿਲਾਂ ਈਵਨ ਨਹੀਂ ਹੈ, ਠੀਕ ਹੈ। ਬਾਕੀ ਹੋਰ ਕਿੱਥੇ 4 ਹੈ, 4 ਤੋਂ ਪਹਿਲਾਂ ਈਵਨ, ਬਾਅਦ ਦੇ ਵਿੱਚ ਕੀ ਹੈ, ਔਡ, ਠੀਕ ਹੈ। ਸੋ ਇੱਕ ਕੇਸ ਇਹ ਹੋ ਗਿਆ। ਦੂਸਰਾ ਕੇਸ 4 ਤੋਂ ਪਹਿਲਾਂ ਈਵਨ, ਬਾਅਦ ਦੇ ਵਿੱਚ ਕੀ ਹੈ, ਔਡ, ਇੱਕ ਕੇਸ ਇਹ ਹੋ ਗਿਆ, ਠੀਕ ਹੈ। 4 ਤੋਂ ਪਹਿਲਾਂ ਔਡ ਨਹੀਂ ਆਪਾਂ ਨੂੰ ਚਾਹੀਦਾ, ਸਿਰਫ ਔਰ ਸਿਰਫ ਇਸ ਦੇ ਵੀ ਕਿੰਨੇ ਕੇਸ ਬਣੇ, 2, यानी कि इसका आंसर भी कितना हो गया, 2, यानी कि सी ऑप्शन, ठीक है। बहुत ज्यादा आसान है। चलो सो हम दे लास्ट अपने दो क्वेश्चन रह गए। इफ ऑल द इवन डिजिट्स आर डिलीटेड फ्रॉम द अबव अरेंजमेंट, तो केड़े नंबर आप डिलीट करने हैं, ईवन नंबर, ठीक है। ईवन नंबर आप की कर देने हैं, डिलीट कर देने हैं। विच ऑफ द फॉलोइंग इज 7th फ्रॉम द लेफ्ट एंड ऑफ द अरेंजमेंट। सो लेफ्ट देखना है 7th, ईवन नु अगर आप काउंट नहीं करना, 1 2 3 4 5 6 7 8, सो किन्ना कहा सीगा उसने 7th। सो 1 2 3 4 5 6 7, सो आप 3 की गल कर रहे हैं यानी कि, ठीक है। सो 3 नु आप टिक लगावांगे यानी कि ऑप्शन नंबर
डी। ठीक है, चलो अगले क्वेश्चन ते आ जाओ। लास्ट क्वेश्चन अज दी सीरीज दा। चलो देखो, हाउ मैनी सच वन आर देयर इन द गिवन अरेंजमेंट ईच ऑफ विच इमीडिएटली प्रोसीडेड बाय अ परफेक्ट स्क्वायर। सो इत्थे की है, परफेक्ट स्क्वायर होवे। ठीक है, परफेक्ट स्क्वायर हुन सिंगल डिजिट दा केड़ा केड़ा होएगा, या तो 4 होएगा या फिर 9 होएगा। ठीक है, सो हुन 1 तो पहला 1 किथे है, सो ये तो आप देखांगे नहीं, प्रोसीडेड है मतलब पहला है। ठीक है, सो 9 तो पहला 5, नहीं सॉरी 9 तो आप देखांगे नहीं, आप की देखना है सिर्फ और सिर्फ 1। 1 तो पहला 7, 7 किसी का परफेक्ट स्क्वायर नहीं है। ठीक है, 1 तो पहला 4, 4 किसका स्क्वायर है, 2 दा। 1 तो पहला 5, 5 किसी का स्क्वायर नहीं है। तो सिर्फ और सिर्फ एक केस बनया है केड़ा, 4। बेसिकली 4 है किसका स्क्वायर, 2 का स्क्वायर है। ठीक है, सो 4 किन्ने केस बन गए थे अपना, सिर्फ और सिर्फ एक केस। सो अगर एक है 1 है तो केड़ा ऑप्शन टिक लगाओगे, ऑप्शन नंबर बी। ठीक है, सो यही सी अपना अज का लैक्चर। उम्मीद कर रहे हैं सबनों बहुत अच्छे तरीके समझ आया होगा। ठीक है, एवें ही अपना प्यार देंदे रहो, वीडियोस नू लाइक करो। ठीक है, चैनल नू सबसक्राइब करो। थैंक्स फॉर वॉचिंग।